सारे भैन भाइयों मेरे वालों जय मसीह दी और धन्नवाद करते हैं उस सर्वशक्तिमान परमेश्वर का जो सब का खुदा है, सब का परमेश्वर है। अज एक बार फिर तुहाडे रूबरू होने दा मौका दिता। सो ज़्यादा टाइम ना लैंदा होया आपां अज वचन दे विचों सिखांगे सेवक पेटू सेवकां दे बारे आपां गल करांगे। पेटू सेवक किहनूं कहा गया? जो अपना पेट भरन दे लई अपने कोलों बनाईयां गल्लां नूं कलीसिया दे विच प्रचार करदे आ। सो आपां पढ़ांगे रोमियो चैप्टर 16 ओदी 17 नंबर आयत दे विच की लिखिआ? भरावो मेरी तुहाडे अगे बेनती है, उन्हां लोकां तो सावधान रहो जो लोकां विच फुट पाउंदे हन ਅਤੇ ਉਹਨਾਂ ਦੇ विश्वास संबंधी ठोकर का कारण बनते हैं। सो सिक्ख्या के विरुद्ध जाते हैं ਜਿਹੜੀ ਤੁਹਾਨੂੰ मिली है, ਉਹਨਾਂ ਤੋਂ दूर ही रहना, क्योंकि ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ मसीह की सेवा नहीं करते, सगों अपने ही ढिड भरते हैं। वचन दे विच साफ साफ लिखे है कि जो यीशु ने सानू सिक्ख्या दिती है ਉਹਦੇ ਤੋਂ उल्ट जाके कलीसिया दे विच प्रचार करते हैं और वचन च लिखिया वो मसीह दी सेवा नहीं करते, सगों अपने ही ढिड भरते हैं। उन्होंने वचन तक कोई मतलब नहीं। बाइबल की कहती है? वचनों नूं तोड़ मरोड़ के पेश करना उन्हों दा कित्ता बन चुकिया। वचन कहता कुछ होर है तो उन्होंने दसना कुछ होर आ। जो सच्चाई है वो कलीसिया के सामने पेश नहीं की जाती। उन्होंने अपना ढिड भरन तक मतलब है। ढिड भरन का मतलब ज़्यादा जोर कलीसिया दे विच दिता जाता दसवंध ते कि दसवंध दिओ, प्रभु तुहानूं आशीष करनगे, जे नहीं दिओगे तो श्रापित होवोगे। हालांकि बाइबल दे विच किते भी नहीं लिखिया कि जे तुसी दसवंध दिओगे तो वलैस होवोगे, नहीं देवोगे तो श्रापित ठहराए जाओगे। इन्हां ने अपने कोलों बनाया, अपनी सिक्ख्या लोकां दे दिलां दे विच डर बिठा के उन्हां तो दसवंध लिया जाता है। सो भैणों ते भाईओ, इन्हां पेट दे सेवकां दा जो फोकस हुंदा ਉਹ ਉਹਨਾਂ ਲੋਕਾਂ ਤੇ ਹੁੰਦਾ जो दसवंध ਦਿੰਦੇ ਆ। जो दसवंध ਦਿੰਦੇ ਆ ਉਹਨਾਂ ਦੀ ਜੀ ਹਜ਼ੂਰੀ ਵੀ ਕਰਨਗੇ। जो नहीं ਦਿੰਦੇ ਉਹਨਾਂ ਵੱਲ ਦੇਖਦੇ ਤੱਕ ਨਹੀਂ। मैं देखिया कई बार वचन चल रहे हैं, वचन का प्रचार हो रहा तो कई बार हुंदा तो किसी को घरे कोई काम जरूरी पै जाता है तो समाप्ति तो पहला उठ के जाने की कोशिश करता है। और जदों पास्टर जी नूं कहंदे आ, पेट दे सेवक नूं कहांगे कि पास्टर जी
ਮੈਨੂੰ ਜ਼ਰੂਰੀ ਜਲਦੀ ਮਤਲਬ ਘਰ ਜਾਣਾ ਪਿਆ ਤੇ ਮੈਂ ਜਾ ਰਿਹਾ। ਅੱਗੋਂ ਪੇਟ ਦੇ ਸੇਵਕ ਦਾ ਕੀ ਕਹਿਣਾ ਹੁੰਦਾ ਕਿ ਜਾਓ ਦਸਵੰਧ ਦੇ ਜਾਓ। ਫੋਕਸ ਕੀ ਆ? ਦਸਵੰਧ। ਉਹ ਨਾ ਰਹਿ ਜੇ। ਉਹ ਫਿਰ ਜਲਦੀ ਜਲਦੀ ਦੇ ਵਿੱਚ ਜਿੰਨੇ ਅਗਲੇ ਦੇ ਹੱਥ ਲੱਗਦੇ ਆ ਕੱਢ ਕੇ ਦੇ ਜਾਂਦਾ। ਵਚਨ ਦੇ ਮੁਤਾਬਕ ਇਹ ਸਹੀ ਨਹੀਂ ਹੈ। ਹਾਲਾਂਕਿ ਅਸੀਂ ਦਸਵੰਧ ਦੇ ਖਿਲਾਫ ਨਹੀਂ ਹਾਂ। ਬਾਈਬਲ ਦੇ ਵਿੱਚ ਲਿਖਿਆ ਕਿ ਜੋ ਵੀ ਦੇਣਾ ਆਪਣੀ ਖੁਸ਼ੀ ਨਾਲ ਦਿਓ। ਕਿਸੇ ਨੂੰ ਡਰਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਦਸਵੰਧ ਨਹੀਂ ਲੈ ਸਕਦੇ। ਸੋ ਅੱਗੇ ਲਿਖਿਆ, ਹੁਣ ਮੇਰੇ ਵੀਰੋ ਪ੍ਰਭੂ ਤੁਹਾਨੂੰ ਆਪਣੇ ਆਨੰਦ ਦੀ ਦਾਤ ਦੇਵੇ। ਮੈਂ ਜੋ ਕੁਝ ਅੱਗੇ ਕਹਿ ਚੁੱਕਾ ਹਾਂ ਫਿਰ ਕਹਿ ਰਿਹਾ ਹਾਂ, ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ, ਕਿਉਂਕਿ ਇਹ ਤੁਹਾਡੀ ਹੀ ਸੁਰੱਖਿਆ ਲਈ ਹੈ। ਤੁਹਾਨੂੰ ਉਹਨਾਂ ਕੁੱਤਿਆਂ ਅਰਥਾਤ ਭੈੜੇ ਰਿਵਾਜਾਂ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪੌਲਸ ਬੜੀ ਸਖਤਾਈ ਦੇ ਨਾਲ ਕਹਿ ਰਿਹਾ ਹੈ ਕਿ ਇਹ ਸਭ ਤੁਹਾਡੀ ਸੁਰੱਖਿਆ ਦੇ ਲਈ ਹੈ। ਤੁਹਾਨੂੰ ਉਹਨਾਂ ਕੁੱਤਿਆਂ ਅਰਥਾਤ ਭੈੜੇ ਰੀਤਾਂ ਰਿਵਾਜਾਂ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਭੈੜੇ ਰੀਤੀ ਰਿਵਾਜ ਕੀ ਨੇ? ਜੋ ਮੈਂ ਦੇਖਿਆ ਮੈਂ ਉਹਨਾਂ ਦੀ ਗੱਲ ਕਰਾਂਗਾ। ਜੋ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਉਹ ਕੰਮ ਉਹ ਪੇਟ ਦੇ ਸੇਵਕ ਕਰਦੇ ਆ। ਕੀ ਕਰਦੇ ਆ? ਬਾਈਬਲ ਦੇ ਵਿੱਚ ਕਿਤੇ ਵੀ ਜਿਬਰਿਸ਼, ਜਿਹਨੂੰ ਇਹ ਅੰਨ੍ਹਿਆ ਭਾਸ਼ਾ ਕਹਿੰਦੇ ਆ, ਬਾਈਬਲ ਵਾਲੀ ਅੰਨ੍ਹਿਆ ਭਾਸ਼ਾ ਕੋਈ ਹੋਰ ਹੈ, ਗਲੋਸਾ, ਪ੍ਰਿਥਵੀ ਦੀ ਭਾਸ਼ਾ, ਪਰ ਇਹ ਜਿਬਰਿਸ਼, ਓਰਾਬਾਰਾ, ਜਿਹਦਾ ਕੋਈ ਵੀ ਮਤਲਬ ਨਹੀਂ ਹੈ। ਔਰ ਜੇ ਇਹਨਾਂ ਨੂੰ ਕੋਈ ਪੁੱਛੇ ਕਿ ਜੇ ਤੁਸੀਂ ਇਹ ਭਾਸ਼ਾ ਜਿਹੜੀ ਬੋਲਦੇ ਹੋ ਕੀ ਤੁਸੀਂ ਇਹਦਾ ਅਨੁਵਾਦ ਕਰ ਸਕਦੇ ਹੋ, ਇਹਦਾ ਮਤਲਬ ਕੀ ਹੈ, ਤਾਂ ਸਭ ਦੇ ਸਿਰ ਝੁਕ ਜਾਂਦੇ ਆ। ਕਿਉਂਕਿ ਪਵਿੱਤਰ ਆਤਮਾ ਕੋਈ ਵੀ ਅਜਿਹੀ ਭਾਸ਼ਾ ਤੁਹਾਨੂੰ ਨਹੀਂ ਦਿੰਦਾ ਜਿਹਦਾ ਕੋਈ ਮਤਲਬ ਨਾ ਹੋਵੇ। ਮਤਲਬ ਹੈ ਹਰ ਇੱਕ ਭਾਸ਼ਾ ਦਾ। ਜੇ ਬਾਈਬਲ ਦੇ ਵਿੱਚ ਗਲੋਸਾ ਅੰਨ੍ਹਿਆ ਭਾਸ਼ਾ ਉਹ ਸਮਝ ਆਉਂਦੀ ਹੈ। ਅੰਨ੍ਹਿਆ ਭਾਸ਼ਾਵਾਂ ਅਲੱਗ-ਅਲੱਗ ਭਾਸ਼ਾ ਬੋਲਣ ਵਾਲਿਆਂ ਦੇ ਉਹ ਸਮਝ ਆਏਗੀ। ਪਰ ਜੋ ਜਿਬਰਿਸ਼ ਹੈ ਇਹ ਨਾ ਤਾਂ ਉਹਨਾਂ ਦੇ ਆਪਣੇ ਸਮਝ ਆਉਂਦੀ ਹੈ, ਦੂਜਿਆਂ ਨੂੰ ਤੇ ਸਮਝ ਆਉਣੀ ਹੀ ਕੀ ਹੈ। ਦੂਜੇ ਭੈੜੇ ਰੀਤੀ ਰਿਵਾਜ ਇਹਨਾਂ ਦੇ ਕੀ ਹੈ? ਕਿਸੇ ਦੇ ਘਰੇ ਜਾਓ, ਉਹਨਾਂ ਨੂੰ ਆਪਣੇ ਪੈਰ ਧੋ ਕੇ ਪਿਲਾਓ। ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ, ਨਾ ਪ੍ਰਭੂ ਯੀਸ਼ੂ ਮਸੀਹ ਦੇ ਸੇਵਕਾਂ ਦੇ ਵਿੱਚੋਂ ਕਿਸੇ ਨੇ ਅਜਿਹਾ ਕੰਮ ਕੀਤਾ। ਕੀ ਅਸੀਂ ਉਹਨਾਂ ਚੇਲਿਆਂ ਤੋਂ ਉੱਪਰ ਹਾਂ ਜਿਨ੍ਹਾਂ ਨੂੰ ਕੋਈ ਪੁੱਛਦਾ ਹੈ, ਸਵਾਲ ਕਰਦਾ ਹੈ, ਫਿਰ ਇਹਨਾਂ ਦੇ ਮੂੰਹ ਮੋਟੇ ਹੁੰਦੇ ਆ? ਕਿਉਂ? ਇਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ। ਇਹ ਸਾਨੂੰ ਬੁੱਧੂ ਬਣਾ ਰਹੇ ਹੈ, ਮੂਰਖ ਬਣਾ ਰਹੇ ਹੈ, ਔਰ ਮੂਰਖ ਬਣਾ ਕੇ ਆਪਣੇ ਢਿੱਡ ਨੂੰ ਪਾਲ ਰਹੇ ਨੇ। ਅੱਗੇ ਆਪਾਂ ਪੜਾਂਗੇ ਵਚਨ ਦੇ ਵਿੱਚੋਂ ਅੱਗੇ ਕੀ ਲਿਖਦੇ ਹੈ। ਹੁਣ ਹੇ ਭਰਾਵੋ, ਪਹਿਲਾ ਥੈਸਲੁਨੀਕੀਆ ਉਹਦਾ 4 ਅਧਿਆਏ। ਹੁਣ ਹੇ ਭਰਾਵੋ, ਇੱਕ ਹੋਰ ਗੱਲ ਹੈ ਜਿਸ ਦੇ ਲਈ ਤੁਹਾਨੂੰ ਪ੍ਰਭੂ ਯੀਸ਼ੂ ਦੀ ਸੰਗਤ ਦਾ ਵਾਸਤਾ ਪਾ ਕੇ ਕਹਿਣਾ ਚਾਹੁੰਦੇ ਹਾਂ।
ਤੁਸੀਂ ਸਾਡੇ ਕੋਲੋਂ ਜੀਵਨ ਦਾ ਉਹ ਰਾਹ ਪ੍ਰਾਪਤ ਕੀਤਾ ਹੈ ਜਿਸ ਤੋਂ ਪਰਮੇਸ਼ਰ ਖੁਸ਼ ਹੈ, ਜਿਸ ਤੋਂ ਪ੍ਰਭੂ ਪਰਮੇਸ਼ਰ ਖੁਸ਼ ਹੈ। ਤੁਸੀਂ ਉਸ ਅਨੁਸਾਰ ਅੱਗੇ ਹੀ ਚੱਲ ਰਹੇ ਹੋ, ਪਰ ਹੁਣ ਸਾਡੀ ਤੁਹਾਡੇ ਅੱਗੇ ਫਿਰ ਬੇਨਤੀ ਹੈ, ਤੁਸੀਂ ਉਸ ਅਨੁਸਾਰ ਚੱਲਣ ਵਿੱਚ ਹੋਰ ਅਧਿਕ ਤੋਂ ਅਧਿਕ ਅੱਗੇ ਵੱਧਦੇ ਜਾਵੋ। ਤੁਸੀਂ ਪਹਿਲਾਂ ਹੀ ਜਾਣਦੇ ਹੋ ਜੋ ਹਦਾਇਤਾਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ਤੇ ਦਿੱਤੀਆਂ ਸਨ। ਪਰਮੇਸ਼ਰ ਤੁਹਾਡੇ ਤੋਂ ਹਰ ਤਰ੍ਹਾਂ ਨਾਲ ਪਵਿੱਤਰ ਰਹਿਣ ਦੀ ਮੰਗ ਕਰਦਾ ਹੈ। ਪਰਮੇਸ਼ਰ ਸਾਡੇ ਤੋਂ ਕੀ ਮੰਗਦੇ ਆ? ਪਵਿੱਤਰਤਾ, ਅਤ ਪਵਿੱਤਰਤਾ, ਕਿਉਂਕਿ ਬਚਨ ਦੇ ਵਿੱਚ ਲਿਖਿਆ ਮੈਂ ਪਵਿੱਤਰ ਹਾਂ। ਸਾਡੇ ਪ੍ਰਭੂ ਯਿਸੂ ਆਪ ਪਵਿੱਤਰ ਔਰ ਸਾਤੋਂ ਕੀ ਚਾਹੁੰਦੇ ਆ? ਪਵਿੱਤਰਤਾ। ਇਸ ਲਈ ਤੁਸੀਂ ਵਿਵਚਾਰ ਤੋਂ ਬਚੋ, ਵਿਵਚਾਰ ਤੋਂ ਬਚੋ, ਘਿਨਾਉਣੇ ਕੰਮਾਂ ਤੋਂ, ਝੂਠ ਬੋਲਣ ਤੋਂ, ਨਿੰਦਿਆ ਚੁਗਲੀ ਤੋਂ, ਵਚਨ ਤੋਂ ਬਾਹਰ ਜਾ ਕੇ ਸਿੱਖਿਆ ਦੇਣ ਤੋਂ। ਇਹਨਾਂ ਨੂੰ ਕਹਿੰਦੇ ਵਿਵਚਾਰ, ਨਸ਼ਾ। ਬਾਕੀ ਤੁਸੀਂ ਸਭ ਜਾਣਦੇ ਹੋ ਵਿਵਚਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿੱਖੇ। ਕੀ ਪਾਉਣਾ ਸਿੱਖੇ? ਕਾਬੂ। ਕਿਉਂਕਿ ਪੌਲਸ ਨੇ ਲਿਖਿਆ ਕਿ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਹਾਂ ਕਿ ਮਾੜੇ ਕੰਮਾਂ ਵੱਲ ਧਿਆਨ ਨਾ ਜਾਵੇ। ਸੋ ਸਾਨੂੰ ਵੀ ਕੀ ਕਰਨਾ ਚਾਹੀਦਾ? ਆਪਣੇ ਸਰੀਰ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ, ਮਾੜੇ ਕੰਮਾਂ ਵੱਲ ਜਾਣ ਤੋਂ ਰੋਕਣਾ ਚਾਹੀਦਾ। ਇਸ ਨੂੰ ਪਵਿੱਤਰ ਰੱਖੋ ਤੇ ਇਸ ਦਾ ਆਦਰ ਕਰੋ। ਇਸ ਨੂੰ ਪਵਿੱਤਰ ਵੀ ਰੱਖਣਾ ਔਰ ਇਸ ਦਾ ਆਦਰ ਵੀ ਕਰਨਾ ਹੈ। ਅੱਗੇ ਲਿਖਿਆ ਪਰਮੇਸ਼ਰ ਨੇ ਸਾਨੂੰ ਸੁੱਧ ਜੀਵਨ ਗੁਜ਼ਾਰਨ ਦੇ ਲਈ ਸੱਦਿਆ ਹੈ, ਨਾ ਕਿ ਭੈੜੇ ਆਚਰਨ ਦੇ ਲਈ। ਸਾਨੂੰ ਪਰਮੇਸ਼ਰ ਨੇ ਸੱਦਿਆ ਸੁੱਧ ਜੀਵਨ ਗੁਜ਼ਾਰਨ ਦੇ ਲਈ, ਪਵਿੱਤਰਤਾ ਵਾਲਾ ਜੀਵਨ ਗੁਜ਼ਾਰਨ ਦੇ ਲਈ। ਪ੍ਰਭੂ ਦੇ ਵਿੱਚ ਆ ਕੇ ਮਖੌਟਾ ਪਹਿਨ ਕੇ ਅਸੀਂ ਗਲਤ ਕੰਮ ਕਰੀਏ, ਗਲਤ ਸਿੱਖਿਆ ਦਈਏ, ਗਲਤ ਕੰਮ ਕਰੀਏ, ਚੋਰੀ ਠੱਗੀ ਨਸ਼ਾ ਪੱਤਾ ਕਰੀਏ, ਇਸ ਵਾਸਤੇ ਸਾਨੂੰ ਨਹੀਂ ਸੱਦਿਆ ਹੈ। ਸੋ ਜੋ ਕੋਈ ਵੀ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਉਹ ਮਨੁੱਖ ਦੀ ਨਹੀਂ ਸਗੋਂ ਪਰਮੇਸ਼ਰ ਦੀ ਉਲੰਘਣਾ ਕਰਦਾ ਹੈ। ਜੋ ਵੀ ਇਹਨਾਂ ਚੀਜ਼ਾਂ ਦੀ ਉਲੰਘਣਾ ਕਰਦਾ ਹੈ, ਚਾਹੇ ਉਹ ਕੋਈ ਵੀ ਹੈ, ਸੇਵਕ ਹੈ, ਐਨੀਥਿੰਗ, ਉਹ ਪਰਮੇਸ਼ਰ ਦੀ ਕੀ ਕਰਦਾ? ਉਲੰਘਣਾ ਕਰਦਾ ਹੈ। ਭੈਣੋ ਤੇ ਭਾਈਓ, ਵਚਨ ਦੇ ਵਿੱਚ ਸਾਫ਼ ਲਿਖਿਆ ਹੈ ਕਿ ਸਾਨੂੰ ਪਵਿੱਤਰਤਾ ਵਾਲਾ ਜੀਵਨ ਗੁਜ਼ਾਰਨਾ ਚਾਹੀਦਾ ਹੈ। ਅੱਗੇ ਲਿਖਿਆ ਵਿਹਲੇਪਨ ਦੇ ਲਈ ਚੇਤਾਵਨੀ। ਪੌਲਸ ਜਿਹੜੇ ਵਿਹਲੇ ਰਹਿੰਦੇ ਆ ਉਹਨਾਂ ਲਈ ਕੀ ਚੇਤਾਵਨੀ ਦਿੰਦਾ ਹੈ? ਭਰਾਵੋ, ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਆਗਿਆ ਦਿੰਦੇ ਹਾਂ ਕਿ ਉਹਨਾਂ ਭਰਾਵਾਂ ਨਾਲ ਕੋਈ ਵਾਸਤਾ ਨਾ ਰੱਖੋ ਜੋ ਵਿਹਲੇ ਰਹਿਣ ਦੇ ਆਦੀ ਹਨ ਅਤੇ ਸਾਡੀਆਂ ਉਹਨਾਂ ਨੂੰ ਦੱਸੀਆਂ ਹਦਾਇਤਾਂ ਦੀ ਪਰਵਾਹ ਨਹੀਂ ਕਰਦੇ ਹਨ। ਵਿਹਲੇ ਰਹਿਣ ਦੀ ਆਦਤ ਪੈ ਚੁੱਕੀ ਹੈ, ਕੰਮ ਧੰਦਾ ਛੱਡ ਚੁੱਕੇ ਹੈ, ਚਰਚ ਤੇ ਨਿਰਭਰ ਹੋ ਗਏ। ਹਾਲਾਂਕਿ ਪੌਲਸ ਨੇ ਲਿਖਿਆ ਕਿ ਅਸੀਂ ਸੇਵਕਾਈ ਕਰਦੇ ਸੀ, ਅਸੀਂ ਆਪਣਾ ਮਿਹਨਤ ਵੀ ਕਰਦੇ ਸੀ। ਪੌਲਸ ਨੇ ਲਿਖਿਆ ਸਾਡਾ ਅਧਿਕਾਰ ਵੀ ਸੀ ਕਲੀਸਿਆ ਤੇ, ਅਸੀਂ ਕਲੀਸਿਆ ਤੋਂ ਜੋ ਮਰਜ਼ੀ ਲੈ ਸਕਦੇ ਸੀ, ਪਰ ਅਸੀਂ ਇਹ ਕੰਮ ਨਹੀਂ ਕੀਤਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਸਾਡੇ ਅਨੁਸਾਰੀ ਬਣਨਾ ਹੈ।
ਅਸੀਂ ਜਦੋਂ ਤੁਹਾਡੇ ਕੋਲ ਸਾਂ ਤਾਂ ਅਸੀਂ ਬਿਲਕੁਲ ਵਿਹਲੇ ਨਹੀਂ ਬੈਠੇ ਸਾਂ। ਔਰ ਪੌਲਸ ਤੰਬੂ ਸਿਉਣ ਦਾ ਕੰਮ ਕਰਦਾ ਸੀ, ਸੇਵਕਾਈ ਵੀ ਕੀਤੀ। ਔਰ ਪੌਲਸ ਦੀ ਸੇਵਕਾਈ ਨੂੰ ਅਤੀ ਉੱਤਮ ਸੇਵਕਾਈ ਅਸੀਂ ਮੰਨਦੇ ਹਾਂ। ਪੂਰੀ ਪਵਿੱਤਰਤਾ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਕਾਈ ਕੀਤੀ ਕਿ ਕਹਿੰਦੇ ਅਸੀਂ ਬਿਲਕੁਲ ਵਿਹਲੇ ਨਹੀਂ ਬੈਠੇ ਸਾਂ, ਅਸੀਂ ਆਪਣੇ ਸਭ ਖਾਣ ਪੀਣ ਦਾ ਆਪ ਖਰਚਾ ਚੁੱਕਿਆ ਸੀ। ਆਪਣੇ ਖਾਣ ਪੀਣ ਦਾ, ਪਹਿਨਣ ਦਾ, ਰਹਿਣ ਸਹਿਣ ਦਾ, ਨਾ ਕਿ ਅਸੀਂ ਕਲੀਸਿਆ ਤੇ ਬੋਝ ਪਾਇਆ। ਦਸਵੰਧ ਦੇ ਨਾਂ ਤੇ ਪੈਸੇ ਇਕੱਠੇ ਕਰਨੇ, ਡਰਾ ਕੇ ਦਸਵੰਧ ਲੈਣਾ, ਦਿਓਗੇ ਤਾਂ ਆਸ਼ੀਸ਼ ਆਊਗੀ, ਨਹੀਂ ਦਿਓਗੇ ਤਾਂ ਸਰਾਪ ਆਏਗਾ। ਔਰ ਉਹਨਾਂ ਪੈਸਿਆਂ ਤੇ ਆਪ ਐਸ ਪ੍ਰਸਤੀ ਕਰਨੀ, ਹਾਈ ਫਾਈ ਕਲਚਰ। ਪੈਸਾ ਕਿਹਦਾ? ਕਲੀਸਿਆ ਦਾ। ਐਸ ਕੌਣ ਕਰਦਾ ਹੈ? ਸੇਵਕ, ਪੇਟ ਦਾ ਸੇਵਕ। ਅੱਗੇ ਲਿਖਿਆ, ਅਸੀਂ ਦਿਨ ਰਾਤ ਇਸ ਲਈ ਮਿਹਨਤ ਕੀਤੀ ਕਿ ਅਸੀਂ ਤੁਹਾਡੇ ਵਿੱਚੋਂ ਕਿਸੇ ਤੇ ਵੀ ਭਾਰ ਨਾ ਬਣੀਏ। ਕਹਿੰਦੇ ਅਸੀਂ ਦਿਨ ਰਾਤ ਕੰਮ ਕੀਤਾ, ਕਿਸ ਵਾਸਤੇ? ਕਿ ਅਸੀਂ ਕਿਸੇ ਤੇ ਭਾਰ ਨਾ ਬਣੀਏ, ਆਪਦਾ ਭਾਰ ਆਪ ਚੁੱਕੀਏ, ਨਾ ਕਿ ਕਲੀਸਿਆ ਤੇ ਬੋਝ ਪਾਈਏ। ਪ੍ਰਾਰਥਨਾ ਦੇ ਨਾਂ ਤੇ ਪੈਸੇ ਇਕੱਠੇ ਕਰੀਏ, ਕਿਸੇ ਦੇ ਘਰੇ ਜਾਈਏ, ਪ੍ਰੇ ਕਰਕੇ ਆਸ ਰੱਖੀਏ ਕਿ ਸਾਨੂੰ ਕੁਛ ਦਿਓ। ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ, ਪੇਟ ਦੇ ਸੇਵਕਾਂ ਬਾਰੇ, ਜਿਹਨੂੰ ਪੇਟੂ ਸੇਵਕ ਕਿਹਾ ਗਿਆ। ਕੋਈ ਵੀ ਭੈਣ ਭਾਈ ਜੋ ਵਿਸ਼ਵਾਸੀ ਹੈ, ਕਿਸੇ ਪਾਸਟਰ ਨੂੰ ਆਪਣੇ ਘਰੇ ਬੁਲਾਉਂਦਾ ਤਾਂ ਉਹ ਇੱਕ ਸਤਿਕਾਰ ਵਜੋਂ ਬੁਲਾਉਂਦਾ ਕਿ ਸਾਡਾ ਪਾਸਟਰ ਹੈ। ਉਹਨਾਂ ਨੂੰ ਖਾਣੇ ਤੇ ਇਨਵਾਈਟ ਕਰਦਾ ਔਰ ਆਪਣੇ ਵੱਲੋਂ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਪਰਿਵਾਰ ਦੇ ਵਿੱਚ ਜੋ ਉਹ ਖਾਂਦੇ ਆ ਉਸ ਤੋਂ ਕੁਛ ਐਕਸਟਰਾ ਵਧੀਆ ਕਿ ਮੇਰੇ ਘਰੇ ਪ੍ਰਭੂ ਦਾ ਸੇਵਕ ਆ ਰਿਹਾ ਤੇ ਇਹਨਾਂ ਦੇ ਲਈ ਵਧੀਆ ਕੁਛ ਕੀਤਾ ਜਾਵੇ। ਉਹਦੇ ਵਿੱਚ ਜਿੱਥੋਂ ਤੱਕ ਹੋ ਸਕਦਾ ਚਿਕਨ ਵੀ ਬਣਾਉਂਦੇ ਆ, ਦਾਲ ਵੀ, ਸਬਜ਼ੀ ਵੀ, ਤੇ ਜੋ ਆਮ ਮਤਲਬ ਚੱਲਦਾ ਹੁੰਦਾ ਪਿੰਡਾਂ ਦੇ ਵਿੱਚ ਕਿ ਖਾਣੇ ਤੋਂ ਬਾਅਦ ਕੁਛ ਨਾ ਕੁਛ ਮਿੱਠਾ ਵੀ ਹੁੰਦਾ। ਤਾਂ ਇਹ ਚੀਜ਼ਾਂ ਮੈਂ ਆਪ ਫੇਥ ਕੀਤੀਆਂ। ਪਾਸਟਰ ਤੇ ਪਾਸਟਰ ਦੇ ਘਰੋਂ ਉਹਨਾਂ ਦਾ ਪਰਿਵਾਰ ਖਾਣੇ ਤੇ ਬੁਲਾਇਆ ਔਰ ਖਾਣਾ ਖਾਂਦੇ ਖਾਂਦੇ ਮਤਲਬ ਉਹਨਾਂ ਦੇ ਮੂੰਹ ਚੋਂ ਵਰਡਿੰਗ ਕੀ ਸੀ? ਖੀਰ ਦੇ ਵਿੱਚੋਂ ਸਮੈਲ ਆਉਂਦੀ ਆ। ਇੱਕ ਵਾਰ ਮਨ ਤੇ ਸੱਟ ਲੱਗੀ ਕਿ ਵਚਨ ਦੇ ਵਿੱਚ ਲਿਖਿਆ, ਕਿਤੇ ਵੀ ਜਾਂਦੇ ਹੋ ਔਰ ਉਹ ਪਰਿਵਾਰ ਜਿਹਦੇ ਘਰੇ ਤੁਸੀਂ ਜਾਂਦੇ ਹੋ ਜੋ ਵੀ ਤੁਹਾਨੂੰ ਦਿੰਦਾ, ਪ੍ਰਭੂ ਦਾ ਧੰਨਵਾਦ ਕਰਕੇ ਉਹਨੂੰ ਕੀ ਕਰਨਾ ਚਾਹੀਦਾ? ਖਾ ਲੈਣਾ ਚਾਹੀਦਾ, ਨਾ ਕਿ ਉਹਦੇ ਵਿੱਚ ਨੁਕਤਾ ਚੀਨੀ ਕਰਨੀ ਚਾਹੀਦੀ ਹੈ ਕਿ ਖੀਰ ਦੇ ਵਿੱਚੋਂ ਸਮੈਲ ਆਉਂਦੀ ਹੈ। ਔਰ ਜਦੋਂ ਹੁਣ ਉਹ ਚੀਜ਼ਾਂ ਨੂੰ ਸੋਚਦਿਆਂ ਤਾਂ ਬੜੀ ਤਕਲੀਫ ਹੁੰਦੀ ਆ ਕਿ ਸੱਚ ਹੀ ਲਿਖਿਆ, ਪੇਟ ਦੇ ਸੇਵਕ ਵਧੀਆ ਤੋਂ ਵਧੀਆ ਖਾਣਾ ਖਾਣ ਵਾਸਤੇ ਚਾਹੀਦਾ ਹੈ। ਪ੍ਰਭੂ ਦੀ ਸੇਵਕਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਵਚਨ ਸਿਖਾਉਣਾ, ਸਿੱਖਿਆ ਦੇਣੀ, ਚੇਲੇ ਬਣਾਉਣਾ, ਜਾਤੀ ਜਾਤੀ ਦੇ ਵਿੱਚ ਪ੍ਰਚਾਰ ਕਰਨਾ ਜੋ ਬਾਈਬਲ ਦੇ ਵਿੱਚ ਲਿਖਿਆ, ਉਸ ਚੀਜ਼ ਨਾਲ ਉਹਨਾਂ ਨੂੰ ਕੋਈ ਵਾਸਤਾ ਨਹੀਂ। ਆਪਣੇ ਪੇਟ ਤੱਕ ਮਤਲਬ ਹੈ। ਅੱਗੇ ਕੀ ਲਿਖਿਆ? ਇਹ ਇਸ ਲਈ ਨਹੀਂ ਸੀ ਕਿ ਸਾਡਾ ਇਸ ਦੇ ਲਈ ਕੋਈ ਅਧਿਕਾਰ ਨਹੀਂ ਸੀ ਬਣਦਾ, ਸਗੋਂ ਇਸ ਲਈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਛੱਡਣਾ ਚਾਹੁੰਦੇ ਸਾਂ।
ਉਹ ਕਹਿੰਦੇ ਸਾਡਾ ਅਧਿਕਾਰ ਬਣਦਾ ਸੀ, ਤੁਹਾਡੇ ਤੋਂ ਲੈ ਸਕਦੇ ਸੀ। ਪਰ ਅਸੀਂ ਇੱਕ ਉਦਾਹਰਨ ਛੱਡ ਕੇ ਗਏ ਕਿ ਆਉਣ ਵਾਲੇ ਜੋ ਵੀ ਸੇਵਕ ਹੋਣਗੇ ਉਹ ਇਹ ਚੀਜ਼ਾਂ ਨੂੰ ਫੋਲੋ ਕਰਨਗੇ। ਪਰ 90% ਸੇਵਕ ਜੋ ਆਪਣੇ ਆਪ ਨੂੰ ਸੇਵਕ ਕਹਿੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਦੂਰ ਆ। ਇੱਕ ਚੀਜ਼ ਹੋਰ ਹੈ, ਸਾਡੇ ਲੋਕਾਂ ਦੇ ਵਿੱਚ ਕੀ ਅੱਜ ਕੱਲ੍ਹ ਚੱਲ ਰਿਹਾ ਕਿ ਜੋ ਵੱਧ ਤੋਂ ਵੱਧ ਜਿਬਰਿਸ਼ ਬੋਲਦਾ, ਜਿਹਨੂੰ ਇਹ ਅੰਨ੍ਹਿਆ ਭਾਸ਼ਾ ਕਹਿੰਦੇ ਆ, ਬਾਈਬਲ ਨਹੀਂ, ਜਿਬਰਿਸ਼, ਜਿਹਦਾ ਕੋਈ ਮਤਲਬ ਨਹੀਂ, ਉਧਰ ਨੂੰ ਜ਼ਿਆਦਾ ਦੌੜਦੇ ਆ। ਉਹਦੇ ਬਾਰੇ ਪਤਾ ਨਹੀਂ ਕੀ ਕੁਛ ਬੋਲਦੇ ਆ। ਔਰ ਇਹ ਚੀਜ਼ ਮੈਂ ਅੱਖੀਂ ਦੇਖੀ ਆ ਕਿ ਚਰਚ ਦੇ ਵਿੱਚ ਜਦੋਂ ਇਹ ਜਿਬਰਿਸ਼ ਨੂੰ ਬੋਲਿਆ ਜਾਂਦਾ ਹੈ ਤੇ ਬਾਹਰ ਜੋ ਰਾਹੀ ਹੈ ਚਰਚ ਦੇ ਨੇੜੇ ਦੀ ਲੰਘਦੇ ਆ, ਉਹ ਹੱਸ ਕੇ ਲੰਘਦੇ ਆ। ਕਿਉਂ ਹੱਸਦੇ ਆ? ਹੱਸਣਾ ਵੀ ਬਣਦਾ ਕਿ ਇਹ ਕੀ ਕਮਲਵਾ ਚੜਿਆ ਇਹਨਾਂ ਨੂੰ, ਇਹਦਾ ਕੀ ਮਤਲਬ ਹੈ? ਕੋਈ ਮਤਲਬ ਨਹੀਂ। ਉਧਰ ਨੂੰ ਅਸੀਂ ਕੀ ਕਰਦੇ ਹਾਂ? ਜ਼ਿਆਦਾ ਭਜਦੇ ਹਾਂ ਕਿ ਉਹ ਬਹੁਤ ਵਧੀਆ ਪਾਸਟਰ ਹੈ ਜੀ, ਉਹ ਤਾਂ ਅੰਨ੍ਹਿਆ ਭਾਸ਼ਾ ਬੋਲਦਾ ਜੀ, ਹੱਥ ਰੱਖਦਾ ਜੀ, ਹੱਥ ਰੱਖ ਕੇ ਪ੍ਰੇ ਕਰਦਾ। ਜਦੋਂ ਹੱਥ ਰੱਖਦਾ ਬੰਦਾ ਹੇਠਾਂ ਗਿਰਦਾ। ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਪਵਿੱਤਰ ਆਤਮਾ ਸਾਨੂੰ ਹੇਠਾਂ ਗਿਰਾਉਂਦਾ। ਔਰ ਜੋ ਹੱਥ ਰੱਖੇ ਤੋਂ ਜੋ ਚੀਜ਼ ਤੁਹਾਨੂੰ ਹੇਠਾਂ ਗਿਰਾਉਂਦੀ ਹੈ ਉਹ ਪਵਿੱਤਰ ਆਤਮਾ ਨਹੀਂ ਹੈ, ਉਹ ਕੋਈ ਹੋਰ ਆਤਮਾ ਹੈ ਜਿਸ ਨੂੰ ਬੈਠ ਕੇ ਡੂੰਘਾਈ ਦੇ ਨਾਲ ਸੋਚਣਾ ਬਣਦਾ ਹੈ। ਔਰ ਮੈਂ ਬੇਨਤੀ ਕਰਦਾ, ਜੋ ਵੀ ਭੈਣ ਭਾਈ ਇਸ ਚੀਜ਼ ਦੇ ਪਿੱਛੇ ਦੌੜਦੇ ਆ ਕਿ ਜਿਹੜਾ ਪਾਸਟਰ ਜ਼ਿਆਦਾ ਅੰਨ੍ਹਿਆ ਭਾਸ਼ਾ ਬੋਲਦਾ, ਜਿਬਰਸ, ਕਿ ਸਾਰਾ ਕੁਝ ਉਸੇ ਕੋਲ ਹੀ ਹੈ ਜੀ, ਗਲਤ ਹੈ, ਟੋਟਲੀ ਰੋਂਗ ਹੈ। ਤੁਸੀਂ ਗਲਤ ਦਿਸ਼ਾ ਤੇ ਹੋ। ਵਾਪਸ ਮੁੜੋ, ਖਰੀ ਸਿੱਖਿਆ ਦੇ ਨਾਲ ਜੁੜੋ, ਨਹੀਂ ਤਾਂ ਜਦੋਂ ਪ੍ਰਭੂ ਦੇ ਸਾਹਮਣੇ ਨਿਆਂ ਵਾਲੇ ਦਿਨ ਅਸੀਂ ਪਰਮੇਸ਼ਰ ਦੇ ਨਾਲ ਅੱਖ ਨਹੀਂ ਮਿਲਾ ਸਕਾਂਗੇ, ਸਾਨੂੰ ਬਹੁਤ ਸ਼ਰਮਿੰਦਾ ਹੋਣਾ ਪਊਗਾ। ਜੇ ਕੋਈ ਮੇਰੇ ਵਰਗਾ ਖਰੀ ਸਿੱਖਿਆ ਦੇ ਨਾਲ ਕਿਸੇ ਨੂੰ ਜੋੜਨਾ ਚਾਹੁੰਦਾ, ਖਰੀ ਸਿੱਖਿਆ ਦਾ ਪ੍ਰਚਾਰ ਜੇ ਕਿਸੇ ਗਰੁੱਪ ਦੇ ਵਿੱਚ ਪਾ ਦਿੰਦਾ, ਉੱਥੋਂ ਰਿਪਲਾਈ ਕੀ ਆਉਂਦਾ ਕਿ ਇਹਨਾਂ ਪਾਸਟਰਾਂ ਦੀ ਜੋ ਵੀ ਵੀਡੀਓ ਸਾਡੇ ਗਰੁੱਪ 'ਚ ਨਾ ਪਾਈ ਜਾਵੇ। ਕਿਉਂ ਨਾ ਪਾਈ ਜਾਵੇ? ਕਿਉਂਕਿ ਕਲੀਸਿਆ ਸੱਚ ਤੋਂ ਜਾਣੂ ਨਾ ਹੋ ਜੇ। ਜੇ ਸੱਚ ਨੂੰ ਜਾਣ ਗਈ ਤਾਂ ਸਾਡੀ ਦੁਕਾਨਦਾਰੀ ਬੰਦ ਹੋ ਜਾਊਗੀ। ਸਾਡੇ ਜਿਹੜੇ ਪੇਟ ਹੈ ਬਾਹਰ ਨਿਕਲੇ ਹੋਏ ਆ ਨਾਲ ਲੱਗ ਜਾਣਗੇ, ਅਸੀਂ ਭੁੱਖੇ ਮਰ ਜਾਵਾਂਗੇ। ਸੋ ਭੈਣੋ ਤੇ ਭਾਈਓ, ਮੈਂ ਬੇਨਤੀ ਕਰਦਾ ਕਿ ਬਾਈਬਲ ਨੂੰ ਪੜ੍ਹੋ, ਵਚਨ ਨੂੰ ਪੜ੍ਹੋ। ਜਿੰਨਾ ਪੜ੍ਹੋਗੇ ਉਹਨਾਂ ਸਿੱਖੋਗੇ ਸੱਚਾਈ ਕੀ ਹੈ। ਜਦੋਂ ਤੁਸੀਂ ਬਾਈਬਲ ਨੂੰ ਡੂੰਘਾਈ ਦੇ ਨਾਲ ਪੜ੍ਹੋਗੇ, ਇਹਨੂੰ ਵਿਚਾਰੋਗੇ, ਤਾਂ ਤੁਸੀਂ ਦੇਖੋਗੇ ਕਿ ਜਿਹੜੇ ਰਸਤਿਆਂ ਤੇ ਅਸੀਂ ਚੱਲ ਰਹੇ ਹਾਂ ਜਾਂ ਜਿਹੜਾ ਪਾਸਟਰ, ਪਾਦਰੀ, ਪੇਟ ਦਾ ਸੇਵਕ ਸਾਨੂੰ ਚਲਾ ਰਿਹਾ, ਉਹ ਟੋਟਲੀ ਗਲਤ ਦਿਸ਼ਾ ਦੇ ਵੱਲ ਜਾ ਰਿਹਾ। ਸਹੀ ਵੀ ਆ, ਬਾਈਬਲ ਦੇ ਵਿੱਚ ਲਿਖਿਆ ਅੰਨਾ ਅੰਨੇ ਨੂੰ ਕੀ ਰਾਹ ਦਿਖਾਊਗਾ। ਜੋ ਬਾਈਬਲ ਦੀ ਭਾਸ਼ਾ ਅੰਨਾ ਅੰਨੇ ਨੂੰ ਮਤਲਬ ਕੀ ਹੈ? ਆਤਮਿਕ ਤੌਰ ਤੇ ਅੰਨਾ, ਜਿਹਨੂੰ ਆਪ ਤੇ ਗਿਆਨ ਨਹੀਂ ਹੈ, ਦੂਜੇ ਨੂੰ ਕੀ ਗਿਆਨ ਦੇਊਗਾ? ਉਹ ਆਪ ਤੇ ਡੁੱਬੂਗਾ ਹੀ, ਦੂਜੇ ਨੂੰ ਵੀ ਲੈ ਡੁੱਬੂਗਾ। ਸੋ ਸਾਨੂੰ ਲੋੜ ਆ ਸੱਚ ਨੂੰ ਜਾਣਨ ਦੀ। ਸੱਚਾਈ ਕੀ ਹੈ? ਅਸੀਂ ਖਰੀ ਸਿੱਖਿਆ ਦੇ ਨਾਲ ਜੁੜੀਏ, ਆਤਮਿਕ ਤੌਰ ਤੇ ਗਿਆਨ ਪ੍ਰਾਪਤ ਕਰੀਏ। ਸਾਨੂੰ ਇੱਥੇ ਕਿਉਂ ਭੇਜਿਆ ਗਿਆ? ਇੱਥੇ ਅਸੀਂ ਕਿਸ ਲਈ ਆਏ ਆ? ਸਾਡਾ ਅਸਲ ਕੰਮ ਕੀ ਆ? ਅਸੀਂ ਕਿਹੜਾ ਧਨ ਜੋੜਨ ਦੇ ਲਈ ਆਏ ਆ? ਦੁਨਿਆਵੀ ਧਨ ਜੋੜਨ ਦੇ ਲਈ ਆਏ ਆ ਜਾਂ ਆਤਮਿਕ ਧਨ ਜੋੜਨ ਦੇ ਲਈ ਆਏ ਆ?
ਔਰ ਜੇ ਅਸੀਂ ਵਚਨ ਨੂੰ ਪੜਾਂਗੇ ਤਾਂ ਅਸੀਂ ਸਿੱਖਾਂਗੇ। ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਸਿਖਾਉਣਾ। ਇਹਨਾਂ ਨੇ ਸਿਰਫ ਆਪਣੇ ਤੋਰੀ ਫੁਲਕੇ ਦੀ ਖਾਤਰ ਸਾਨੂੰ ਗਲਤ ਸਿੱਖਿਆਵਾਂ ਦੇਣੀਆਂ। ਜੇ ਕਰੋ ਜੀ, वो करो जी, बड़ा कुछ है। ਸਾਨੂੰ ਕਿਸੇ ਨੇ ਅੱਜ ਤੱਕ ਇਹ ਨਹੀਂ ਸਿਖਾਇਆ ਸੀ। ਧੰਨਵਾਦ ਕਰਦੇ ਹਾਂ ਉਸ ਖੁਦਾਵੰਦ ਪ੍ਰਭੂ ਪਰਮੇਸ਼ਰ ਦਾ, ਜਿਨ੍ਹਾਂ ਨੇ ਸਾਨੂੰ ਪਾਸਟਰ ਡੈਨੀਅਲ ਰਾਜ ਵਰਗੇ ਸੇਵਕਾਂ ਦੇ ਨਾਲ ਜੋੜਿਆ, ਜਿਹੜੇ ਸਾਨੂੰ ਖਰੀ ਸਿੱਖਿਆ ਦੇ ਨਾਲ ਲੈ ਕੇ ਚੱਲਦੇ ਆ, ਸਾਨੂੰ ਦੱਸਦੇ ਆ ਸੱਚ ਕੀ ਹੈ, ਝੂਠ ਕੀ ਹੈ, ਬਿਨਾਂ ਕਿਸੇ ਲਾਲਚ ਤੋਂ। ਔਰ ਇਸ ਦੇ ਵਿੱਚ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਹਾਂ। MMB ਵਾਰਡ ਗਰੁੱਪ, ਜਿਨ੍ਹਾਂ ਦੇ MD ਸਾਡੇ ਪਾਸਟਰ ਡੈਨੀਅਲ ਰਾਜ ਜੀ ਨੇ, ਕਿਸੇ ਵੀ ਭੈਣ ਭਾਈ ਕੋਲ ਬਾਈਬਲ ਨਹੀਂ ਹੈ ਜਾਂ ਉਹ ਬਾਈਬਲ ਨਹੀਂ ਖਰੀਦ ਸਕਦਾ, ਉਹਦੇ ਕੋਲ ਖਰੀਦਣ ਦੇ ਲਈ ਪੈਸੇ ਨਹੀਂ ਹੈ, ਤਾਂ ਪਾਸਟਰ ਡੈਨੀਅਲ ਰਾਜ ਦੇ ਵੱਲੋਂ ਜੋ ਬਾਈਬਲਸ ਹੈ ਲੋੜਵੰਦਾਂ ਨੂੰ ਫ੍ਰੀ ਬਾਈਬਲ ਦਿੱਤੀ ਜਾ ਰਹੀ ਹੈ। ਔਰ ਤੁਸੀਂ ਫੋਨ ਕਾਲ ਕਰਨੀ ਹੈ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਪਾਰਸਲ ਦੇ ਰਾਹੀਂ ਤੁਹਾਡੇ ਘਰੇ ਬਾਈਬਲ ਪਹੁੰਚੇਗੀ। ਪਰ ਸ਼ਰਤ ਇਹ ਹੈ, ਲੋੜਵੰਦ ਜਿਨ੍ਹਾਂ ਕੋਲ ਬਾਈਬਲ ਲੈਣ ਦੇ ਲਈ ਪੈਸੇ ਨਹੀਂ ਹਨ। ਪਰ ਕਈ ਚਰਚਾਵਾਂ ਦੇ ਵਿੱਚ ਕੀ ਹੁੰਦਾ, ਇੱਕ ਪਾਸੇ ਤੇ ਇੱਕ ਪਾਸਟਰ ਹੈ, ਸੇਵਕ ਹੈ, ਪ੍ਰਭੂ ਦਾ ਦਾਸ ਹੈ, ਵਚਨ ਨੂੰ ਵੰਡ ਰਿਹਾ, ਨਹੀਂ ਪੈਸੇ ਹੈਗੇ ਕੋਈ ਚੱਕਰ ਨਹੀਂ, ਤੁਸੀਂ ਵਚਨ ਲਓ, ਪੜ੍ਹੋ, ਗਿਆਨ ਪ੍ਰਾਪਤ ਕਰੋ, ਖਰੀ ਸਿੱਖਿਆ ਦੇ ਨਾਲ ਜੁੜੋ, ਸੱਚ ਨੂੰ ਜਾਣੋ। ਔਰ ਦੂਜੀ ਸਾਈਡ ਪਾਸਟਰ ਇੱਕ ਪਾਸਿਓਂ ਫ੍ਰੀ ਬਾਈਬਲ ਲੈਂਦੇ ਆ, ਦੂਜੇ ਪਾਸੇ 700 ਰੁਪਏ ਦੀ ਬਾਈਬਲ ਨੂੰ ਵੇਚਦੇ ਆ ਫ੍ਰੀ ਲੈ ਕੇ। ਮੈਂ ਨਹੀਂ ਕਹਿੰਦਾ ਬਾਈਬਲ ਨਹੀਂ ਵੇਚਣੀ, ਜੋ ਖਰਚਾ ਬਾਈਬਲ ਤੇ ਆਉਂਦਾ ਪ੍ਰਿੰਟਿੰਗ ਦਾ ਹੋਰ ਬਣਦਾ, ਪਰ ਜੋ ਲਿਟਰੇਚਰ ਸਾਨੂੰ ਫ੍ਰੀ ਦੇ ਵਿੱਚ ਮਿਲਦਾ ਉਹ ਫ੍ਰੀ ਦੇ ਵਿੱਚ ਲੈ ਕੇ ਅਸੀਂ 700 ਰੁਪਏ ਦੀ ਬਾਈਬਲ ਨੂੰ ਵੇਚਦੇ ਹਾਂ। ਟੋਟਲੀ ਰੋਂਗ ਹੈ, ਧੋਖਾ। ਪਹਿਲਾਂ ਆਪਣੇ ਆਪ ਨੂੰ ਧੋਖਾ ਦਿੰਦੇ ਆ, ਪਰ ਪਰਮੇਸ਼ਰ ਨੂੰ ਧੋਖਾ ਦਿੰਦੇ ਆ। ਉਹ ਤਾਂ ਪਰਮੇਸ਼ਰ ਨਿਆਂ ਵਾਲੇ ਦਿਨ ਆਪੇ ਇਹਨਾਂ ਤੋਂ ਹਿਸਾਬ ਕਿਤਾਬ ਲਊਗਾ, ਕੱਲੇ ਕੱਲੇ ਪੈਸੇ ਦਾ ਹਿਸਾਬ ਕਿਤਾਬ ਪਰਮੇਸ਼ਰ ਲਏਗਾ। ਔਰ ਇਸ ਗੱਲ ਦਾ ਅਸੀਂ ਵਿਸ਼ਵਾਸ ਕਰਦੇ ਹਾਂ। ਅੱਗੇ ਕੀ ਲਿਖਿਆ, ਅਸੀਂ ਇਹ ਸਭ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਹਨ ਜੋ ਆਪ ਤਾਂ ਕੋਈ ਕੰਮ ਕਰਦੇ ਨਹੀਂ, ਸਗੋਂ ਦੂਜਿਆਂ ਦੇ ਕੰਮਾਂ ਵਿੱਚ ਵੀ ਰੁਕਾਵਟ ਬਣਦੇ ਹਨ। ਬਹੁਤ ਸਮਾਂ ਪਹਿਲਾਂ ਪੌਲਸ ਨੇ ਇਹ ਚੀਜ਼ ਨੂੰ ਲਿਖਤਾ ਸੀ, ਔਰ ਅੱਜ ਵੀ ਉਹ ਚੀਜ਼ ਚੱਲ ਰਹੀ ਹੈ। ਜੋ ਆਪ ਤੇ ਕੰਮ ਧੰਦਾ ਕਰਨਾ ਨਹੀਂ, ਦੂਜਿਆਂ ਦੇ ਕੰਮ ਧੰਦੇ ਦੇ ਵਿੱਚ ਵੀ ਰੁਕਾਵਟ ਬਣਦੇ ਆ। ਇਹੋ ਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਇਹ ਆਗਿਆ ਦਿੰਦੇ ਹਾਂ ਕਿ ਉਹ ਚੁੱਪਚਾਪ ਆਪਣੇ ਕੰਮ ਤੇ ਲੱਗ ਜਾਣ ਅਤੇ ਆਪਣੀ ਜੀਵਕਾ ਕਮਾਉਣ। ਆਪਣਾ ਕੰਮ ਧੰਦਾ ਕਰੋ, ਕਲੀਸਿਆ ਨੂੰ ਨਾ ਖਾਓ, ਕਲੀਸਿਆ ਤੇ ਬੋਝ ਨਾ ਬਣੋ। ਕਲੀਸਿਆ ਦੇ ਵਿੱਚ ਕਈ ਅਜਿਹੇ ਹੁੰਦੇ ਆ ਜਿਨ੍ਹਾਂ ਕੋਲੇ ਦਸਵੰਧ ਦੇਣ ਨੂੰ ਵੀ ਨਹੀਂ ਪੈਸਾ ਹੁੰਦਾ, ਜਿਨ੍ਹਾਂ ਦੀ ਜੀਵਕਾ ਬੜੀ ਔਖੀ ਚੱਲਦੀ ਆ, ਪਰ ਫਿਰ ਵੀ ਉਹ ਡਰਦੇ ਮਾਰੇ ਤੁਹਾਨੂੰ ਦਿੰਦੇ ਆ। ਔਰ ਅੱਗੋਂ ਪੇਟ ਦੇ ਸੇਵਕ ਕੀ ਕਰਦੇ ਆ, ਫੜ ਕੇ ਜੇਬ 'ਚ। ਉਹਨਾਂ ਦਾ ਫਰਜ਼ ਬਣਦਾ ਕਹਿਣ ਦਾ ਕਿ ਨਹੀਂ ਕੋਈ ਗੱਲ ਨਹੀਂ, ਤੁਹਾਡਾ ਸਿਸਟਮ ਸਾਨੂੰ ਪਤਾ ਘਰੇਲੂ, ਤੁਸੀਂ ਇਹ ਪੈਸਿਆਂ ਨੂੰ ਵਰਤੋ, ਆਪਣੀ ਜੀਵਕਾ ਚਲਾਓ। ਪਰ ਨਹੀਂ, ਕਹਿੰਦੇ ਜਿਹੜਾ ਆਉਂਦਾ ਆਉਣ ਦੋ, ਚਾਹੇ 5, 10, 20, 50, 100, 500 ਨਹੀਂ ਮੋੜਨਾ। ਅੱਗੇ ਵਚਨ ਦੇ ਵਿੱਚ ਲਿਖਿਆ
ਤਿਮੋਥਿਉਸ ਚੈਪਟਰ 6। ਸੋ ਇਹ ਸਭ ਹੈ ਜਿਨ੍ਹਾਂ ਤੇ ਤੈਨੂੰ ਆਪਣੀਆਂ ਸਿੱਖਿਆਵਾਂ ਵਿੱਚ ਜ਼ੋਰ ਦੇਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਇਸ ਤੋਂ ਫਰਕ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਰੋਏ ਵਚਨਾਂ ਅਤੇ ਧਾਰਮਿਕ ਸਿੱਖਿਆਵਾਂ ਤੇ ਨਹੀਂ ਚੱਲਦਾ, ਸਮਝੋ ਉਹ ਅਤੀ ਹੰਕਾਰੀ ਅਤੇ ਬੇਸਮਝ ਹੈ। ਜੋ ਬਾਈਬਲ ਦੇ ਅਨੁਸਾਰ ਨਹੀਂ ਚੱਲਦਾ ਤਾਂ ਪੌਲਸ ਨੇ ਲਿਖਿਆ ਤਾਂ ਸਮਝੋ ਉਹ ਅਤੀ ਹੰਕਾਰੀ ਅਤੇ ਬੇਸਮਝ ਹੈ। ਉਹਦੇ ਅੰਦਰ ਕੀ ਹੈ? ਹੰਕਾਰ ਹੈ ਕਿ ਮੈਨੂੰ ਸਭ ਗਿਆਨ ਹੈ, ਹਾਲਾਂਕਿ ਗਿਆਨ ਕੁਛ ਵੀ ਨਹੀਂ ਹੁੰਦਾ ਬਾਈਬਲ ਦੇ ਅਨੁਸਾਰ। ਆਪਣਾ ਬਣਾਇਆ ਹੋਇਆ ਗਿਆਨ ਹੀ ਹੁੰਦਾ ਉਹਦੇ ਕੋਲੇ, ਆਪਣੀਆਂ ਸਿੱਖਿਆਵਾਂ ਹੁੰਦੀਆਂ ਤੋੜ ਮਰੋੜ ਕੇ ਜਿਨ੍ਹਾਂ ਨੂੰ ਕਲੀਸਿਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉਸ ਨੂੰ ਕੇਵਲ ਵਾਧੂ ਗੱਲਾਂ ਕਰਨ ਅਤੇ ਸ਼ਬਦੀ ਹੇਰ ਫੇਰ ਦੀ ਬਿਮਾਰੀ ਹੈ। ਉਹ ਫਾਲਤੂ ਗੱਲਾਂ ਕਰੂਗਾ, ਬਾਈਬਲ ਦੇ ਵਿੱਚੋਂ ਤੁਹਾਨੂੰ ਕੁਛ ਨਹੀਂ ਦੱਸੂਗਾ, ਸੱਚਾਈ ਬਾਰੇ ਤੁਹਾਨੂੰ ਕਦੇ ਵੀ ਚਾਨਣਾ ਨਹੀਂ ਪਾਊਗਾ। ਉਹਨੂੰ ਕੀ ਹੈ? ਸ਼ਬਦਾਂ ਨਾਲ ਹੇਰ ਫੇਰ ਕਰਨ ਦੀ ਕੀ ਹੈ? ਬਿਮਾਰੀ ਹੈ। ਬਾਈਬਲ ਕੁਛ ਹੋਰ ਕਹਿੰਦੀ ਹੈ, ਉਹਨੇ ਕੁਛ ਹੋਰ ਪੇਸ਼ ਕਰਨਾ ਹੈ। ਕਿਉਂ ਕਰਨਾ ਹੈ? ਜੇ ਸੱਚਾਈ ਦੱਸਤੀ, ਜਿਹੜੀ ਕਲੀਸਿਆ ਸਾਡੀ ਜਿਹੜੀ ਚਰਚ ਹੈ ਉਹ ਖਾਲੀ ਹੋ ਜਾਣੀ ਹੈ। ਇਸ ਕਰਕੇ ਸੱਚਾਈ ਤੋਂ ਜਾਣੋ ਨਹੀਂ ਕਰਵਾਉਂਦੇ। ਹੇਰ ਫੇਰ ਕਰਨ ਦੀ ਬਿਮਾਰੀ ਹੈ, ਜਿਸ ਤੋਂ ਕੇਵਲ ਈਰਖਾ, ਝਗੜੇ, ਨਿੰਦਾ, ਝੂਠੇ ਸ਼ੱਕ ਅਤੇ ਚਿੜਚਿੜਾ ਪੈਦਾ ਹੁੰਦਾ ਹੈ। ਔਰ ਇੱਕ ਚੀਜ਼ ਹੋਰ, ਇਹ ਪੇਟ ਦੇ ਸੇਵਕਾਂ ਨੂੰ ਨਿੰਦਿਆ, ਚੁਗਲੀ, ਇਹ ਬਹੁਤ ਭੈੜੀ ਆਦਤ ਹੁੰਦੀ ਹੈ। ਮੈਂ ਉਹ ਗੱਲਾਂ ਕਰੂੰਗਾ ਜੋ ਗੱਲਾਂ ਨੂੰ ਮੈਂ ਦੇਖਿਆ, ਆਪਣੇ ਅੱਖੀਂ ਦੇਖਿਆ, ਆਪਣੀ ਕੰਨੀ ਸੁਣਿਆ, ਉਹ ਚੀਜ਼ਾਂ ਨੂੰ ਮੈਂ ਕਹੂੰਗਾ, ਆਪਣੇ ਕੋਲੋਂ ਲਾ ਕੇ ਕੁਛ ਨਹੀਂ ਕਹੂੰਗਾ। ਹੁਣ ਨਿੰਦਿਆ ਕੀ ਹੈ? ਫਰਜ਼ ਕਰੋ ਕਲੀਸਿਆ ਦੇ ਵਿੱਚ ਮੰਨ ਲਓ 10 ਕਲੀਸਿਆ ਦੇ ਮੈਂਬਰ ਬੈਠੇ ਆ, ਇੱਕ ਪਾਸੇ ਪਾਸਟਰ ਬੈਠਾ, ਉਹਦੇ ਵਿੱਚੋਂ 4 ਉੱਠ ਕੇ ਚਲੇ ਗਏ, 6 ਰਹਿ ਗਏ, ਤਾਂ ਉਹ 4 ਦੇ ਵਿੱਚੋਂ 2 ਤੇ ਕੀ ਲੱਗਣਾ? ਤਵਾ। ਉਹ ਆਏ ਆ, ਉਹ ਆਏ ਆ, ਉਹ ਆਏ ਆ। ਕੀ ਇਹ ਚੀਜ਼ ਬਾਈਬਲ ਦੇ ਵਿੱਚ ਲਿਖੀ ਆ ਕਿ ਇੱਕ ਸੱਚਾ ਪ੍ਰਭੂ ਦਾ ਸੇਵਕ ਇਹ ਚੀਜ਼ਾਂ ਕਰੇਗਾ? ਕਦੇ ਨਹੀਂ ਕਰੇਗਾ। ਮੂੰਹ ਤੇ ਵਡਿਆਈ, ਪਿੱਠ ਘੁਮਾਈ ਤੇ ਪਿੱਛੋਂ ਕੀ ਚੱਲ ਪਿਆ? ਨਿੰਦਿਆ, ਚੁਗਲੀ, ਜੋ ਕਿ ਬਹੁਤ ਵੱਡਾ ਪਾਪ ਹੈ, ਜੋ ਇਹ ਪੇਟ ਦੇ ਸੇਵਕ ਕਰ ਰਹੇ ਹੈ। ਅੱਗੇ ਕੀ ਲਿਖਿਆ? ਕਹਿੰਦਾ ਇਹ ਸਭ ਭੈੜੇ ਗੁਣ ਇਹੋ ਜਿਹੇ ਆਦਮੀਆਂ ਦੇ ਜੀਵਨ ਦੇ ਅੰਗ ਹੁੰਦੇ ਨੇ। ਇਹਨਾਂ ਦੀ ਕੀ ਬਣ ਚੁੱਕੀ ਆ? ਆਦਤ, ਜੀਵਨ ਦਾ ਅੰਗ ਬਣ ਚੁੱਕਿਆ ਕਿ ਜਿੰਨਾ ਚਿਰ ਨਿੰਦਿਆ ਚੁਗਲੀ ਨਹੀਂ ਕਰਾਂਗੇ ਰੋਟੀ ਹਜ਼ਮ ਨਹੀਂ ਆਏਗੀ। ਸੋ ਅਖੀਰ ਦੇ ਵਿੱਚ ਅਫਸੀਆਂ ਚੈਪਟਰ 6 ਉਹਦੀ 10 ਆਇਤ ਦੇ ਵਿੱਚ ਕੀ ਲਿਖਿਆ? ਅੰਤ ਵਿੱਚ ਮੇਰਾ ਇਹ ਕਹਿਣਾ ਹੈ, ਪੌਲਸ ਕਹਿ ਰਹੇ ਆ ਅਫਸੇ ਦੀ ਕਲੀਸਿਆ ਨੂੰ, ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ। ਇੱਕ ਚੀਜ਼ ਹੋਰ ਜੋ ਪ੍ਰਾਰਥਨਾ ਦੇ ਨਾਂ ਤੇ ਲੁੱਟ ਮਚਾਈ ਹੋਈ ਆ, ਸਾਨੂੰ ਅੱਜ ਤੱਕ ਇਹ ਕਦੇ ਨਹੀਂ ਸਿਖਾਇਆ ਗਿਆ ਸੀ। ਹੁਣ ਤਾਂ ਇਹ ਚੀਜ਼ ਨੂੰ ਸਿੱਖ ਚੁੱਕੇ ਆ। ਸਾਨੂੰ ਪ੍ਰਭੂ ਦੇ ਦਾਸ ਪਾਸਟਰ ਡੈਨੀਅਲ ਰਾਜ ਨੇ ਇਹ ਚੀਜ਼ਾਂ ਸਿਖਾਤੀਆਂ ਕਿ ਆਪਣੀ ਪ੍ਰਾਰਥਨਾ ਆਪ ਕਰੋ, ਘੁਟਨਿਆਂ ਤੇ ਆਓ,
ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ। ਪਹਿਲਾਂ ਸਾਨੂੰ ਕੀ ਸਿਖਾਇਆ ਜਾਂਦਾ ਸੀ, ਜਾਂ ਹੁਣ ਵੀ ਕੀ ਸਿਖਾ ਰਹੇ ਆ ਪੇਟੂ ਪਾਸਟਰ? ਕੋਈ ਵੀ ਪ੍ਰਾਰਥਨਾ ਤੁਹਾਨੂੰ, ਕੋਈ ਵੀ ਤਕਲੀਫ ਹੈ, ਦੁੱਖ ਬਿਮਾਰੀ ਹੈ, ਸਾਨੂੰ ਫੋਨ ਕਰੋ, ਫੋਨ ਤੇ ਪ੍ਰੇ ਕਰਾਓ। ਕਿਉਂ ਜੀ? ਤੁਹਾਡੀ ਪ੍ਰੇ ਨੂੰ ਪਰਮੇਸ਼ਵਰ ਜ਼ਿਆਦਾ ਸੁਣਦਾ, ਤੁਹਾਡੇ ਪਰਮੇਸ਼ਵਰ ਜ਼ਿਆਦਾ ਨੇੜੇ ਹੈ। ਆਮ ਬੰਦੇ ਦੀ ਪ੍ਰਾਰਥਨਾ ਨੂੰ ਨਹੀਂ ਸੁਣੇਗਾ? ਸੁਣੇਗਾ, ਜ਼ਰੂਰ ਸੁਣੇਗਾ, ਸੁਣਦਾ ਵੀ ਹੈ। ਇਸ ਦੀਆਂ ਬਹੁਤ ਉਦਾਹਰਨਾਂ ਸਾਡੇ ਕੋਲ ਹੈਗੀਆਂ। ਸਿਖਾਇਆ ਕੀ ਕਿਹਾ? ਪ੍ਰਾਰਥਨਾ ਅਸੀਂ ਕਰਾਂਗੇ। ਪ੍ਰਾਰਥਨਾ ਦੇ ਨਾਂ ਤੇ ਸਾਨੂੰ ਬੀਜ ਦਿਓ, ਪ੍ਰਾਰਥਨਾ ਬੀਜ, ਸਾਡੀ ਪ੍ਰਮਾਤਮਾ ਸੁਣੇਗਾ। ਹਾਲਾਂਕਿ ਇਹ ਗਲਤ ਹੈ। ਕੋਈ ਵੀ ਜਨ ਗੋਡਿਆਂ ਤੇ ਆ ਕੇ ਪਰਮੇਸ਼ਵਰ ਦੇ ਅੱਗੇ ਪਵਿੱਤਰਤਾਈ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰਦਾ, ਤਾਂ ਉਹਦੀ ਪ੍ਰਾਰਥਨਾ ਨੂੰ ਸਵਰਗ ਦੇ ਵਿੱਚ ਸੁਣਿਆ ਜਾਂਦਾ, ਜ਼ਰੂਰ ਸੁਣਿਆ ਜਾਂਦਾ ਹੈ। ਅੱਗੇ ਕੀ ਲਿਖਿਆ? ਪਰਮੇਸ਼ਵਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ। ਸਭ ਹਥਿਆਰਾਂ ਨੂੰ ਆਪਣੇ ਉੱਤੇ ਕਰ ਲਓ, ਧਾਰ ਲਵੋ। ਸਭ ਤੋਂ ਵੱਡਾ ਹਥਿਆਰ ਕੀ ਹੈ? ਵਚਨ। ਇਸੇ ਲਈ ਅਸੀਂ ਕਹਿੰਦੇ ਕਿ ਸਾਨੂੰ ਵਚਨ ਦਾ ਗਿਆਨ ਹੋਣਾ ਜ਼ਰੂਰੀ ਆ। ਸਭ ਤੋਂ ਵੱਡਾ ਹਥਿਆਰ ਆ ਵਚਨ। ਉਹੀ ਚੀਜ਼ਾਂ ਤੋਂ ਸਾਨੂੰ ਕੀ ਰੱਖਿਆ ਗਿਆ? ਵਾਂਝੇ। ਇਹ ਸੱਚ ਨੂੰ ਜਾਣ ਨਾ ਜਾਣ। ਜੇ ਸੱਚ ਨੂੰ ਜਾਣਗੇ ਤਾਂ ਸਾਡਾ ਦਾਣਾ ਪਾਣੀ ਰੁਕ ਜਾਊਗਾ। ਬਾਈਬਲ ਦੇ ਵਿੱਚ ਲਿਖਿਆ ਵਚਨ ਦਾ ਗਿਆਨ ਬਹੁਤ ਜ਼ਰੂਰੀ ਹੈ ਭੈਣੋ ਤੇ ਭਾਈਓ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸ਼ੈਤਾਨ ਦੀਆਂ ਚਾਲਾਂ ਦੇ ਨਾਲ ਡਟ ਕੇ ਮੁਕਾਬਲਾ ਕਰ ਸਕੋ, ਡਾਂਟ ਸਕੋ। ਔਰ ਮੁਕਾਬਲਾ ਕਿਵੇਂ ਕਰੋਗੇ? ਜੇ ਵਚਨ ਦਾ ਗਿਆਨ ਹੋਊਗਾ ਤਾਂ ਹੀ ਮੁਕਾਬਲਾ ਕਰੋਗੇ। ਵਚਨ ਦਾ ਗਿਆਨ ਤੇ ਹੈ ਹੀ ਨਹੀਂ, ਅਸੀਂ ਕਿੱਥੋਂ ਮੁਕਾਬਲਾ ਕਰਾਂਗੇ? ਔਰ ਬੁਰੀਆਂ ਸ਼ਕਤੀਆਂ ਨੇ ਸਾਡੇ ਕੀਤੇ ਹਾਵੀ ਹੋ ਜਾਣਾ। ਅੱਗੇ ਲਿਖਿਆ ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਕਿਸੇ ਇਨਸਾਨ ਦੇ ਨਾਲ ਸਾਡਾ ਯੁੱਧ ਨਹੀਂ ਹੈ। ਸਾਡਾ ਯੁੱਧ ਕੀ ਆ? ਸ਼ੈਤਾਨੀ ਸ਼ਕਤੀਆਂ ਦੇ ਨਾਲ ਹੈ। ਔਰ ਉਹਨਾਂ ਨੂੰ ਕਿਵੇਂ ਹਰਾਵਾਂਗੇ? ਕਿਵੇਂ ਸਾਹਮਣਾ ਕਰਾਂਗੇ? ਜੇ ਸਾਡੇ ਕੋਲ ਵਚਨ ਦਾ ਗਿਆਨ ਹੈ ਤਾਂ ਅਸੀਂ ਉਹਨਾਂ ਸ਼ਕਤੀਆਂ ਦੇ ਨਾਲ ਲੜ ਸਕਦੇ ਹਾਂ, ਅਨਿਅਥਾ ਨਹੀਂ। ਸੋ ਭੈਣਾਂ ਤੇ ਭਾਈਓ, ਅੱਜ ਲਈ ਇੰਨਾ ਹੀ ਬਹੁਤ ਹੈ। ਦੁਬਾਰਾ ਫਿਰ ਪਵਿੱਤਰ ਆਤਮਾ ਨੇ ਅਗਵਾਈ ਕੀਤੀ ਤਾਂ ਫਿਰ ਮਿਲਾਂਗੇ। ਔਰ ਜੋ ਵੀ ਅੱਜ ਤੱਕ ਅਸੀਂ ਪੜ੍ਹਿਆ, ਸੋ ਮੈਂ ਬੇਨਤੀ ਕਰੂੰਗਾ ਇਸ ਨੂੰ ਡੂੰਘਾਈ ਦੇ ਨਾਲ ਵਿਚਾਰਿਓ ਕਿ ਬਾਈਬਲ ਦੇ ਵਿੱਚ, ਵਚਨ ਦੇ ਵਿੱਚ ਕੀ ਲਿਖਿਆ, ਕੀ ਸਾਨੂੰ ਸਿਖਾਇਆ ਜਾਂਦਾ, ਕਿਹੜੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਜਾਂਦੀਆਂ, ਪ੍ਰਭੂ ਦੇ ਵਚਨ ਵਿੱਚੋਂ ਦਿੱਤੀਆਂ ਜਾਂਦੀਆਂ, ਜਾਂ ਆਪਣੇ ਕੋਲੋਂ ਕਿਹੜੀ ਭਾਸ਼ਾ ਬੋਲ ਕੇ ਸਾਨੂੰ ਗੁੰਮਰਾਹ ਕੀਤਾ ਜਾਂਦਾ ਕਿ ਸਵਰਗੀਆ ਭਾਸ਼ਾ, ਇਹ ਸਵਰਗ ਦੇ ਵਿੱਚੋਂ ਆਉਂਦੀ ਆ, ਇਹਨੂੰ ਸ਼ੈਤਾਨ ਨਹੀਂ ਸਮਝਦਾ। ਮੰਨ ਲਓ ਇੱਕ ਮਿੰਟ ਵਾਸਤੇ ਉਹਨਾਂ ਨਾਲ ਸਹਿਮਤ ਵੀ ਹੋ ਜਾਈਏ, ਠੀਕ ਹੈ, ਪਰ ਜਿਹੜਾ ਕਹਿੰਦੇ ਆ ਸ਼ੈਤਾਨ ਉਹ ਭਾਸ਼ਾ ਨੂੰ ਨਹੀਂ ਸਮਝਦਾ, ਲੂਸੀਫਰ, ਇਹਨਾਂ ਨੂੰ ਪੁੱਛੋ ਲੂਸੀਫਰ ਕੌਣ ਆ? ਲੂਸੀਫਰ ਕਿੱਥੋਂ ਆਇਆ? ਇਹਨਾਂ ਕੋਲ ਕੋਈ ਜਵਾਬ ਨਹੀਂ ਹੋਣਾ, ਗੱਲ ਨੂੰ ਗੋਲ ਮੋਲ ਕਰਨਗੇ। ਸੋ ਭੈਣਾਂ ਤੇ ਭਾਈਓ,
ਸਮਝਦਾਰ ਬਣੋ, ਸੱਚ ਤੇ ਝੂਠ ਨੂੰ ਪਛਾਣੋ, ਖਰੀ ਸਿੱਖਿਆ ਦੇ ਨਾਲ ਜੁੜੋ, ਝੂਠੀਆਂ ਸਿੱਖਿਆਵਾਂ ਦੇ ਵਿੱਚ ਨਾ ਫਸੋ, ਆਪਣਾ ਟਾਈਮ ਤੇ ਪੈਸਾ ਬਰਬਾਦ ਨਾ ਕਰੋ। ਸੋ ਪ੍ਰਭੂ ਤੁਹਾਨੂੰ ਸਭ ਨੂੰ ਆਸੀਸ ਦੇਵੇ। ਫਿਰ ਮਿਲਾਂਗੇ, ਤਦ ਤੱਕ ਲਈ ਸਾਰਿਆਂ ਨੂੰ ਜੈ ਮਸੀਹ ਦੀ।